26 जनवरी ਨੂੰ ਭਾਰਤ ਸਰਕਾਰ ਖਿਲਾਫ ਟਰੈਕਟਰ ਮਾਰਚ ਕੱਢੇਗਾ ਸੰਯੁਕਤ ਕਿਸਾਨ ਮੋਰਚਾ। ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਬਿਕਰਮਜੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਦੱਦਾ ਟੀਵੀ NRI। ਮੰਗਲਵਾਰ ਨੂੰ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਕਨਵੈਨਸ਼ਨ ਕੀਤੀ ਗਈ। ਇਸ ਕਨਵੈਨਸ਼ਨ ਵਿੱਚ ਭਾਰਤ ਭਰ ਤੋਂ ਲਗਭਗ 15 ਕਿਸਾਨ ਜਥੇਬੰਦੀਆਂ ਨੇ ਭਾਗ ਲਿਆ। ਕਨਵੈਨਸ਼ਨ ਦੌਰਾਨ ਸੰਯੁਕਤ ਕਿਸਾਨ ਮੋਰਚਾ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ ਘੇਰਦਿਆਂ ਮੋਰਚਾ ਖੋਲ੍ਹ ਦਿੱਤਾ ਹੈ। ਫਰੰਟ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਕਿਸਾਨ ਵਰਗ ਨਾਲ ਜੋ ਵੀ ਵਾਅਦੇ ਕੀਤੇ ਗਏ ਸਨ ਉਨ੍ਹਾਂ ਨੂੰ ਅਜੇ ਵੀ ਪੂਰਾ ਨਹੀਂ ਕੀਤਾ ਹੈ। ਜਾਣਕਾਰੀ ਦਿੰਦਿਆਂ ਸੰਯੁਕਤ ਕਿਸਾਨ ਮੋਰਚਾ ਦੇ ਅਹੁਦੇਦਾਰ ਨੇ ਦੱਸਿਆ ਕਿ ਸਾਡਾ ਸੰਘਰਸ਼ 26 ਜਨਵਰੀ ਗਣਤੰਤਰ ਦਿਵਸ ਤੋਂ ਇੱਕ ਵਾਰ ਫਿਰ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦਿਨ ਭਾਰਤ ਭਰ ਦੇ ਲਗਭਗ 500 ਰਾਜਾਂ ਦੇ ਸਾਰੇ ਜ਼ਿਲ੍ਹਿਆਂ ਵਿੱਚ ਟਰੈਕਟਰ ਮਾਰਚ ਕੱਢੇ ਜਾਣਗੇ। ਇਸ ਮਾਰਚ ਦੌਰਾਨ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਜੋ ਵੀ ਕੀਤਾ ਹੈ ਉਸ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ। ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਉਣ ਸਮੇਂ ਇਹ ਟਰੈਕਟਰ ਮਾਰਚ ਹਰ ਥਾਂ ਕੀਤਾ ਜਾਵੇਗਾ। ਉਸ ਤੋਂ ਬਾਅਦ ਹੀ ਇਹ ਮਾਰਚ ਸ਼ੁਰੂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਮਾਰਚ ਤੋਂ ਬਾਅਦ 16 ਫਰਵਰੀ ਨੂੰ ਪੂਰੇ ਭਾਰਤ ਵਿੱਚ ਪੇਂਡੂ ਖੇਤਰ ਪੂਰੀ ਤਰ੍ਹਾਂ ਬੰਦ ਰਹੇਗਾ। ਇਹ ਟਕਰਾਅ ਹੌਲੀ ਵੱਧਦਾ ਜਾਵੇਗਾ ਕਿਉਂਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਇਹ ਮੋਰਚਾ ਇੱਕ ਵਾਰ ਫਿਰ ਖੋਲ੍ਹਿਆ ਗਿਆ ਹੈ। ਇਸ ਅੰਦੋਲਨ ਵਿੱਚ ਲੋਕਾਂ ਨੂੰ ਉਨ੍ਹਾਂ ਵਾਅਦਿਆਂ ਬਾਰੇ ਜਾਗਰੂਕ ਕੀਤਾ ਜਾਵੇਗਾ ਜੋ ਸਰਕਾਰ ਵੱਲੋਂ ਪੂਰੇ ਨਹੀਂ ਕੀਤੇ ਗਏ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਲਖੀਮਪੁਰ ਖੇੜੀ ਵਿੱਚ ਸ਼ਹੀਦ ਹੋਏ ਕਿਸਾਨਾਂ ਦੀ ਸ਼ਹੀਦੀ ਯਾਦਗਾਰ ਦੀ ਉਸਾਰੀ ਸੰਬੰਧੀ ਆਪੋ ਆਪਣੇ ਜ਼ਿਲ੍ਹਿਆਂ ਤੋਂ ਦਿੱਲੀ ਅਤੇ ਹਰਿਆਣਾ ਸਰਕਾਰਾਂ ਨੂੰ ਪੱਤਰ ਲਿਖੇਗਾ। ਇਹਨਾਂ ਹੀ ਨਹੀਂ, ਸੰਯੁਕਤ ਕਿਸਾਨ ਮੋਰਚਾ ਦੇ ਅਹੁਦੇਦਾਰਾਂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਨਵੇਂ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ਵਿੱਚ ਅਸੀਂ ਡਰਾਈਵਰਾਂ ਨੂੰ ਪੂਰਾ ਸਮਰਥਨ ਦੇ ਰਹੇ ਹਾਂ। ਅੰਦੋਲਨ ਕੀਤਾ ਜਾਏਗਾ। 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਿਆ ਜਾਏਗਾ। ਬੇਸਿਕਲੀ ਜੇ ਇਹ ਕਿਹਾ ਜਾਏ, ਇਸ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਦੋਂ 26 ਜਨਵਰੀ ਨੂੰ ਅਸੀਂ ਗਣਤੰਤਰ ਦਿਵਸ ਮਨਾਉਣ ਲੱਗੇ ਹਾਂ, ਪਹਿਲੇ 2 ਸਾਲ ਕਿਸਾਨ ਨੂੰ ਤਰਜੀਹ ਦਿੱਤੀ ਗਈ। ਕਿਸਾਨਾਂ ਦੇ ਸਿੰਬਲ ਗੱਡੇ ਰੇਹੜੀਆਂ ਉਹਦੇ ਨਾਲ ਇਹਦੀ ਸ਼ੁਰੂਆਤ ਹੁੰਦੀ ਸੀ। ਉਹ ਤੋਂ ਬਾਅਦ ਸਰਕਾਰ ਨੇ ਆਪਣੀ ਡਿਫੈਂਸ ਦੀ ਤਾਕਤ ਦਿਖਾਉਣੀ ਸ਼ੁਰੂ ਕਰਤੀ, ਕਿਸਾਨ ਇਹਦੇ ਚੋਂ ਗਾਇਬ ਕਰ ਦਿੱਤੇ। ਇਹ ਅਸੀਂ ਸਮਝਦੇ ਹਾਂ ਇਹ ਦੇਸ਼ ਕਿਸਾਨਾਂ ਦਾ, ਮਜ਼ਦੂਰਾਂ ਦਾ ਦੇਸ਼ ਹੈ। ਆਬਾਦੀ ਦਾ ਵੱਡਾ ਹਿੱਸਾ ਹੈ, ਦੇਸ਼ ਦੇ ਲੋਕਾਂ ਦਾ ਢਿੱਡ ਭਰਦੇ ਨੇ। ਕਿਸਾਨਾਂ ਨੂੰ ਇੱਦਾਂ ਇਗਨੋਰ ਕਰਨਾ ਠੀਕ ਨਹੀਂ। ਇਸੇ ਲਈ ਅਸੀਂ 26 ਜਨਵਰੀ ਨੂੰ ਸਾਰੇ ਦੇਸ਼ ਵਿੱਚ ਟਰੈਕਟਰ ਮਾਰਚ ਕਰਕੇ ਗਣਤੰਤਰ ਦਿਵਸ ਮਨਾਵਾਂਗੇ। ਔਰ ਪ੍ਰੋਟੈਸਟ ਵਜੋਂ ਇਹ ਜਿਹੜੀ ਅਸੀਂ ਮੰਗਾਂ ਰੱਖੀਆਂ, ਇਹਦਾ ਅੰਦੋਲਨ ਦੀ ਇਹ ਸ਼ੁਰੂਆਤ ਹੋਏਗੀ। डॉक्टर सुनीलम और राज्यपाल जी ने लगभग सभी पॉइंट्स रख दिए हैं। आज इस ऐतिहासिक इंडियन फार्मर्स कन्वेंशन किसान की राष्ट्रीय समन्वय में एक जलंधर डिक्लेरेशन के नाम से एक घोषणा भी हमने किया है। वो घोषणा ये है कि संयुक्त किसान मोर्चा पहचान लिया है कि कॉरपोरेट परस्त और किसान के दुश्मन सरकार कौन है, और देश के किसान और मजदूरों को यह ऐलान करती है कि इस सरकार को सबक सिखाए। इसके साथ साथ इस घोषणा में, इस डिक्लेरेशन में ये भी है कि हमको संयुक्त किसान मोर्चा ये डिमांड रखती है कि हमें ऑल्टरनेटिव डेवलपमेंट मॉडल चाहिए जहां किसानों की अपनी फसलों की पूरी दाम मिले, मजदूर को सर उठा के जीने का रोजगार मिले और सामाजिक सुरक्षा, पेंशन इत्यादि सबको मिले। ये ऑल्टरनेटिव डेवलपमेंट मॉडल की मांग रखती है। ये है संयुक्त किसान मोर्चा की जलंधर डिक्लेरेशन। संयुक्त किसान मोर्चा के आगू सभान ने आपके सामने जो आज जलंधर कन्वेंशन में राष्ट्रीय कन्वेंशन हुई है, जहां पूरे देश के किसान ऑर्गेनाइजेशनों की, उसमें जो ऐलाननामा किया गया है आने वाली स्ट्रगल का, 26 को ट्रैक्टर मार्च और 16 फरवरी को पूरे देश में मजदूरों के समर्थन में, ट्रेड यूनियन मजदूरों के समर्थन में ग्रामीण बंद होगा। पूरे देश में पेंडू बंद उनकी सपोर्ट में होगा। और जो मांगें रखी हैं MSP
और वो मुकम्मल कर्जा मुक्ति और हर एक किसान व खेत मजदूर जिसके पास और कोई रोजगार नहीं है 60 साल की उम्र के बाद 10,000 रुपये प्रति माह पेंशन। इसके साथ ही जो फसली तबाही हो जाती है, फसली बर्बादी हो जाती है कुदरती आफत से, या जो कारपोरेट हमें लागत वस्तुएं खेती में इनपुट्स देते हैं, बीज, खाद, दवाइयाँ, मशीनरी, वो सभी की जो उसकी वजह से नकली कीटनाशकों के या नकली बीजों की वजह से तबाह हो जाती हैं फसलें, उनका पूरी भरपाई वाला मुआवजा किसान को, काश्तकार को जल्दी से जल्दी देना चाहिए। इसके साथ ही जो लखीमपुर खीरी में केंद्रीय राज्य मंत्री अजय मिश्रा टैनी की अगुवाई में उसके पुत्र ने रौंद कर मार दिए थे, किसान शहीद कर दिए थे, उनके परिवारों को पूरा इंसाफ। और जो 732 किसान जिनमें औरतें भी शामिल थीं, पूरे दिल्ली आंदोलन के दौरान शहीद हुए थे, उनके परिवारों को भी, बहुत सारे दूसरे राज्यों में रहते हैं, पंजाब में तो थोड़े ही होंगे, दूसरे राज्यों में बहुत ज़्यादा किसान परिवार ऐसे हैं शहीदों के जिनको ना मुआवजा मिला है ना पक्की नौकरी मिली है। ऐसी मांगों को लेकर साथ में बिजली सेक्टर का निजीकरण, उसका रद्द करने के लिए, WTO की सभी नीतियां रद्द करने के लिए, वर्ल्ड बैंक की सभी नीतियां रद्द करने के लिए ये मांगे रखी हैं। इनमें से बहुत ही मांगों पर जब दिल्ली आंदोलन मुलतवी किया था 3 काले कानून रद्द करवाने के बाद, तो लिखती रूप से लिया गया था केंद्र सरकार की ओर से ये मांगे पूरी की जाएंगी, MSP पर कमेटी बनाकर जल्दी फैसला किया जाएगा। पहली बात तो उस कमेटी में किसानों के नुमाइंदे ही नहीं लिए, दूसरी बात अभी तक कोई फैसला नहीं किया। उन सभी बातों से भाग निकली है केंद्र सरकार, इसलिए उसके विरुद्ध उसी तरह का रूप क्या होगा ये तय होने वाला है। बड़ा आंदोलन देश भर में केंद्र सरकार के विरुद्ध अगले दिनों में 16 फरवरी के बाद भी ऐलान किया जाएगा कि उसका रूप क्या होगा। वो बड़ा आंदोलन किया जाएगा केंद्र सरकार के खिलाफ। एक ਰੈਜ਼ੋਲੂਸ਼ਨ ਅੱਜ ਹੋਰ ਕਨਵੈਨਸ਼ਨ 'ਚ ਅਸੀਂ ਪਾਸ ਕੀਤਾ। ਅਸੀਂ ਦਿੱਲੀ ਤੇ ਹਰਿਆਣਾ ਗਵਰਨਮੈਂਟ ਤੋਂ ਇਹ ਮੰਗ ਕੀਤੀ ਹੈ ਇਸ ਰੈਜ਼ੋਲੂਸ਼ਨ ਰਾਹੀਂ ਕਿ ਸ਼ਹੀਦ ਕਿਸਾਨਾਂ ਦੀ ਯਾਦਗਾਰ ਬਣਾਉਣ ਲਈ ਸਾਨੂੰ ਜਗ੍ਹਾ ਅਲਾਟ ਕੀਤੀ ਜਾਵੇ ਸਿੰਘੂ ਤੇ ਟਿਕਰੀ ਤੇ। ਉਸ ਲਈ ਅਸੀਂ ਆਪਣੇ ਸਾਰੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਦਿੱਲੀ ਤੇ ਹਰਿਆਣਾ ਦੇ ਚੀਫ ਮਿਨਿਸਟਰ ਨੂੰ ਹਰ ਇੱਕ ਜਥੇਬੰਦੀ ਪੱਤਰ ਲਿਖੇ ਇਸ ਮਾਮਲੇ ਤੇ ਸਾਨੂੰ ਥਾਂ ਅਲਾਟ ਕਰਨ। ਅਸੀਂ ਆਪਣੇ 732 ਉਹਨਾਂ ਕਿਸਾਨ ਸ਼ਹੀਦਾਂ ਦੀ ਯਾਦਗਾਰ ਉਸਾਰਾਂਗੇ ਜਿਹਨੇ ਪੂਰੀ ਦੁਨੀਆ 'ਚ ਇੱਕ ਮੈਸੇਜ ਦਿੱਤਾ, ਜਿਸਨੇ ਪੂਰੀ ਦੁਨੀਆ ਨੂੰ ਸਿਖਾਇਆ। ਔਰ ਅੱਜ ਉਸ ਟਰੈਕਟਰ ਪਰੇਡ ਜਾਂ ਉਸ ਤਰ੍ਹਾਂ ਦੇ ਅੰਦੋਲਨ ਤੋਂ ਯੂਰਪ ਦਾ ਕਿਸਾਨ ਵੀ ਪ੍ਰੇਰਨਾ ਲੈ ਕੇ ਅੱਜ ਸੜਕਾਂ ਦੇ ਉੱਪਰ ਹੈ ਔਰ ਮੈਦਾਨ 'ਚ ਹੈ। ਅੱਜ ਇਹ ਵੀ ਰੈਜ਼ੋਲੂਸ਼ਨ ਕੀਤਾ ਗਿਆ। ਤਾਂ ਮੈਨੂੰ ਲੱਗਦਾ ਕਿ ਮੋਟੀ ਗੱਲ ਸਾਡੇ ਸਾਰੇ ਸਾਥੀਆਂ ਨੇ ਰੱਖ ਦਿੱਤੀ। ਤੁਹਾਡੇ ਸਵਾਲਾਂ ਨੂੰ ਅਸੀਂ ਆਮੰਤਰਿਤ ਕਰਦੇ ਹਾਂ। एकदम सरकार का खिलाफ मुकाबला में आ रहा है। हमारा देश में 75 साल का अंदर इतना बड़ा रूप में किसानों का एक था, वो 2020 से जो बने हैं स्कीम बने हैं, उसका भी आगे जाके अभी 2023 में अगस्त